ਕਿਤਾਬ ਡੂੰਘੀਆਂ ਸਿਖਰਾਂ। ਲੇਖਕ ਨਰਿੰਦਰ ਸਿੰਘ ਕਪੂਰ। ਵਿਸ਼ਾ ਇਵੇਂ ਕਿਉਂ ਹੁੰਦਾ ਹੈ। ਝੂਠ ਇਸ ਲਈ ਬੋਲਿਆ ਜਾਂਦਾ ਹੈ ਕਿਉਂਕਿ ਝੂਠ ਸੱਚ ਨਾਲੋਂ ਵਧੇਰੇ ਦਿਲਚਸਪ ਅਤੇ ਰੌਣਕ ਵਾਲਾ ਹੁੰਦਾ ਹੈ। ਅਸੀਂ ਬਹੁਤ ਕੁਝ ਅਜਿਹਾ ਕਰਦੇ ਹਾਂ ਅਤੇ ਕਰੀ ਜਾਂਦੇ ਹਾਂ, ਪਰ ਅਸੀਂ ਆਪਣੇ ਕਾਰਜਾਂ ਦੇ ਕਾਰਨਾਂ ਪ੍ਰਤੀ ਸੁਚੇਤ ਨਹੀਂ ਹੁੰਦੇ। ਸਾਡੇ ਬਹੁਤੇ ਕਾਰਜਾਂ ਦੇ ਕਾਰਨ ਜਾਂ ਤਾਂ ਮੱਧਕਾਲੀ ਵਿਸ਼ਵਾਸਾਂ ਵਿੱਚ ਹਨ ਜਾਂ ਇਹ ਕਾਰਨ ਸਾਡੇ ਅਚੇਤ ਮਨ ਵਿੱਚ ਲੁਕੇ ਹੁੰਦੇ ਹਨ। ਉਦਾਹਰਨ ਵਜੋਂ, ਹਰ ਕੋਈ ਪਿਆਰ ਕਰਨਾ ਚਾਹੁੰਦਾ ਹੈ, ਪਰ ਕਿਉਂ ਕਰਨਾ ਚਾਹੁੰਦਾ ਹੈ? ਵਾਸਤਵ ਵਿੱਚ ਉਮਰ ਦੇ ਇੱਕ ਪੜਾਅ 'ਤੇ ਅਸੀਂ ਆਪਣੀ ਪਛਾਣ ਲਈ ਤਾਂਘਦੇ ਹਾਂ। ਇਹ ਤਾਂਘ ਸਾਨੂੰ ਦੂਜਿਆਂ ਦੇ ਸੰਪਰਕ ਵਿੱਚ ਲਿਆਉਂਦੀ ਹੈ। ਪਿਆਰ ਅਸੀਂ ਆਪਣੇ ਆਪ ਨੂੰ ਹੀ ਕਰਦੇ ਹਾਂ, ਪਰ ਕਰਦੇ ਦੂਜੀ ਧਿਰ ਰਾਹੀਂ ਹਾਂ। ਸਾਡੇ ਲਈ ਦੂਜੀ ਧਿਰ ਸ਼ੀਸ਼ੇ ਦਾ ਕਾਰਜ ਕਰਦੀ ਹੈ, ਜਿਸ ਵਿੱਚੋਂ ਅਸੀਂ ਆਪਣੇ ਆਪ ਨੂੰ ਨੇੜੇ ਹੋ ਕੇ ਵੇਖਦੇ ਹਾਂ। ਆਪਣੇ ਸੋਹਣੇ, ਸਿਆਣੇ, ਬਹਾਦਰ, ਚੰਗੇ ਆਦਿ ਹੋਣ ਜਾਂ ਨਾ ਹੋਣ ਦੀ ਸੋਝੀ ਵੀ ਸਾਨੂੰ ਦੂਜੀ ਧਿਰ ਰਾਹੀਂ ਹੀ ਮਿਲਦੀ ਹੈ। ਪਿਆਰ ਇਸ ਲਈ ਹਰ ਕਿਸੇ ਨੂੰ ਖਿੱਚ ਪਾਉਂਦਾ ਹੈ ਕਿਉਂਕਿ ਸੰਸਾਰ ਵਿੱਚ ਪਿਆਰ ਹੀ ਇੱਕ ਅਜਿਹਾ ਅਨੁਭਵ ਹੈ ਜਿਸ ਵਿੱਚ ਸਾਡੀਆਂ ਸਾਰੀਆਂ ਗਿਆਨ ਇੰਦਰੀਆਂ ਕਾਰਜਸ਼ੀਲ ਹੁੰਦੀਆਂ ਹਨ। ਹੋਰਾਂ ਨੂੰ ਸਾਡੀਆਂ ਅੱਖਾਂ ਵੇਖਦੀਆਂ ਹੀ ਹਨ, ਪਰ ਪਿਆਰੇ ਨੂੰ ਨਿਹਾਰਦੀਆਂ ਵੀ ਹਨ। ਹੋਰਾਂ ਨੂੰ ਅਸੀਂ ਸੁਣਦੇ ਹੀ ਹਾਂ, ਪਰ ਪਿਆਰੇ ਨੂੰ ਅਸੀਂ ਸ਼ਰਧਾ ਅਤੇ ਧਿਆਨ ਨਾਲ ਸਰਵਣ ਕਰਦੇ ਹਾਂ। ਹੋਰ ਚੀਜ਼ਾਂ ਨੂੰ ਅਸੀਂ ਸੁੰਘਦੇ ਹਾਂ, ਪਰ ਪਿਆਰੇ ਦੀ ਖੁਸ਼ਬੂ ਮਾਣਦੇ ਹਾਂ। ਹੋਰਾਂ ਨਾਲ ਅਸੀਂ ਖਾਂਦੇ ਹਾਂ, ਪਰ ਪਿਆਰੇ ਨਾਲ ਖਾਣ ਦਾ ਸਵਾਦ ਵੀ ਲੈਂਦੇ ਹਾਂ। ਹੋਰਾਂ ਨਾਲ ਅਸੀਂ ਬੁੱਲ੍ਹਾਂ ਨਾਲ ਬੋਲਦੇ ਹਾਂ, ਪਰ ਪਿਆਰੇ ਨੂੰ ਬੁੱਲ੍ਹਾਂ ਨਾਲ ਚੁੰਮ ਕੇ ਚੁੱਪ ਕਰਾਉਂਦੇ ਹਾਂ। ਹੋਰਾਂ ਦੀ ਛੋਹ ਸਾਨੂੰ ਪਰੇ ਕਰਦੀ ਹੈ, ਪਰ ਪਿਆਰੇ ਦੀ ਛੋਹ ਝਰਨਾਹਟ ਛੇੜ ਕੇ ਨੇੜੇ ਹੋਣ ਲਈ ਪ੍ਰੇਰਦੀ ਹੈ। ਜੀਵਨ ਦਾ ਕੋਈ ਵੀ ਹੋਰ ਅਨੁਭਵ ਅਜਿਹਾ ਨਹੀਂ ਜਿਸ ਵਿੱਚ ਸਾਡਾ ਸਮੁੱਚਾ ਵਜੂਦ ਸ਼ਿੱਦਤ ਨਾਲ ਵਿਚਰਦਾ ਹੋਵੇ। ਅਸੀਂ ਇਸ ਸ਼ਿੱਦਤ ਨੂੰ ਮਾਣਦੇ ਹਾਂ। ਹਰ ਕੋਈ ਪਿਆਰ ਇਸ ਲਈ ਕਰਨਾ ਚਾਹੁੰਦਾ ਹੈ ਤਾਂ ਜੋ ਉਸ ਦੀ ਵੇਖਣ, ਸੁਣਨ, ਚੱਖਣ, ਸੁੰਘਣ, ਮਹਿਸੂਸਣ ਅਤੇ ਅਨੁਭਵ ਕਰਨ ਦੀ ਪੱਧਰ ਉੱਚੀ, ਵਿਸ਼ਾਲ ਅਤੇ ਅਮੀਰ ਹੋ ਜਾਵੇ। ਇਹ ਸ਼ਿੱਦਤ ਕਾਮ ਸ਼ਕਤੀ ਵਿੱਚੋਂ ਉਪਜਦੀ ਹੈ ਅਤੇ ਮੋੜਵੇਂ ਰੂਪ ਵਿੱਚ ਇਹ ਕਾਮ ਸ਼ਕਤੀ ਨੂੰ ਉਭਾਰਦੀ ਹੈ। ਪਿਆਰ ਦੀ ਸ਼ਿੱਦਤ ਨਾਲ ਸਾਡੇ ਨੈਣ ਨਕਸ਼, ਚਾਲ ਢਾਲ, ਉੱਠਣਾ ਬੈਠਣਾ, ਬੋਲ ਬੁਲਾਰਾ ਅਤੇ ਪਹਿਨਣਾ ਵਰਤਣਾ ਸਲੀਕੇ ਵਾਲਾ ਅਤੇ ਉੱਚਾ ਹੋ ਜਾਂਦਾ ਹੈ। ਪਿਆਰ ਸਾਨੂੰ ਕੋਰੇ ਲੱਠੇ ਤੋਂ ਰੰਗਦਾਰ ਰੇਸ਼ਮ ਬਣਾ ਦਿੰਦਾ ਹੈ ਅਤੇ ਸਾਡੇ ਸੁੱਤੇ ਅੰਗਾਂ ਨੂੰ ਅਤੇ ਛੁਪੀਆਂ ਰਮਜ਼ਾਂ ਨੂੰ ਜਗਾ ਦਿੰਦਾ ਹੈ। ਪਹਿਲਾ ਪਿਆਰ ਨਵਾਂ ਹੋਣ ਕਰਕੇ ਤੀਬਰ ਹੁੰਦਾ ਹੈ ਅਤੇ ਪਹਿਲੇ ਪਿਆਰ ਵਿੱਚ ਇਹ ਭਰਮ ਹੁੰਦਾ ਹੈ ਕਿ ਇਹ ਪਿਆਰ ਕਦੇ ਵੀ ਮੁੱਕੇਗਾ ਨਹੀਂ, ਜਦੋਂ ਕਿ ਦੂਜੇ ਤੀਜੇ ਪਿਆਰ ਵਿੱਚ ਇਹ ਭਰਮ ਨਹੀਂ ਹੁੰਦਾ। ਇਸ ਭਰਮ ਦਾ ਆਨੰਦ ਸਾਨੂੰ ਆਦਰਸ਼ਵਾਦੀ ਅਤੇ ਕਵੀ ਬਣਾ ਦਿੰਦਾ ਹੈ। ਪਿਆਰ ਵਿੱਚ ਅਸੀਂ ਦਿਲ ਬਾਰੇ ਗੱਲਾਂ ਇਸ ਲਈ ਕਰਦੇ ਹਾਂ ਕਿਉਂਕਿ ਪਿਆਰ ਦਾ ਸਪਸ਼ਟ ਪ੍ਰਭਾਵ ਦਿਲ ਦੀ ਧੜਕਣ ਉੱਤੇ ਪੈਂਦਾ ਹੈ। ਸੋ ਪ੍ਰੇਮੀ ਦਿਲ ਨੂੰ ਹੀ ਦਿਮਾਗ ਸਮਝਦੇ ਹਨ।
ਪਿਆਰ ਨੂੰ ਸਦੀਵੀ ਬਣਾਉਣ ਲਈ ਪ੍ਰੇਮੀ ਵਿਆਹ ਕਰਨ ਲਈ ਤੜਫਦੇ ਹਨ, ਪਰ ਵਿਆਹ ਹੁੰਦਿਆਂ ਹੀ ਸੁਪਨੇ ਦਾ ਯਥਾਰਥ ਨਾਲ ਸਾਹਮਣਾ ਹੋਣ ਉੱਤੇ ਅਕਸਰ ਇੰਝ ਲੱਗਦਾ ਹੈ ਕਿ ਜਿਸ ਨਾਲ ਪਿਆਰ ਕੀਤਾ ਸੀ ਉਹ ਕੋਈ ਹੋਰ ਸੀ, ਜਿਸ ਨਾਲ ਵਿਆਹ ਹੋਇਆ ਹੈ ਇਹ ਕੋਈ ਹੋਰ ਹੈ। ਪਿਆਰ ਵਿਆਹ ਅਕਸਰ ਇਸ ਲਈ ਅਸਫਲ ਹੁੰਦੇ ਹਨ ਕਿਉਂਕਿ ਰਿਸ਼ਤਾ ਪੁਰਾਣਾ ਹੋਣ ਕਰਕੇ ਇਸ ਵਿੱਚ ਨਵੀਨਤਾ, ਉਤਸੁਕਤਾ, ਅਚੰਭਾ ਜਾਂ ਦੂਜੇ ਨੂੰ ਖੋਜਣ ਲੱਭਣ ਦੀ ਮੌਜ ਨਹੀਂ ਹੁੰਦੀ। ਸੋ ਸਭ ਕੁਝ ਇੱਕਦਮ ਪੁਰਾਣਾ ਅਤੇ ਥਕਾਊ ਹੋ ਜਾਂਦਾ ਹੈ। ਅਜਿਹੇ ਵਿਆਹ ਵਿੱਚ ਦੋਵੇਂ ਪਰਿਵਾਰਾਂ ਦੀ ਸਦਭਾਵਨਾ ਦਾ ਨਿੱਘ ਵੀ ਨਹੀਂ ਹੁੰਦਾ ਅਤੇ ਰਿਸ਼ਤੇਦਾਰਾਂ ਦੀ ਪ੍ਰਵਾਨਗੀ ਵੀ ਨਹੀਂ ਹੁੰਦੀ। ਪ੍ਰੇਮ ਵਿਆਹ ਵਾਲੇ ਆਪਣੇ ਗਿਲੇ ਸ਼ਿਕਵੇ ਨਹੀਂ ਪ੍ਰਗਟਾ ਸਕਦੇ। ਪ੍ਰੇਮ ਵਿਆਹ ਕਰਨ ਵਾਲੀ ਇੱਕ ਇਸਤਰੀ ਦੱਸ ਰਹੀ ਸੀ ਕਿ ਹਰ ਵੇਲੇ ਮੇਰਾ ਧਿਆਨ ਰੱਖਣ ਵਾਲਾ ਮੇਰਾ ਪ੍ਰੇਮੀ ਮੇਰਾ ਪਤੀ ਬਣ ਕੇ ਹੁਣ ਮੇਰੀ ਨਿੱਕੀ ਨਿੱਕੀ ਗੱਲ ਵਿੱਚ ਨੁਕਸ ਕੱਢਦਾ ਹੈ। ਮੈਂ ਬਹੁਤ ਦੁਖੀ ਹਾਂ। ਜੇ ਮੈਂ ਆਪਣੇ ਪਤੀ ਬਾਰੇ ਆਪਣੀ ਸੱਸ ਨੂੰ ਕੁਝ ਕਹਿੰਦੀ ਹਾਂ ਤਾਂ ਸੱਸ ਕਹਿੰਦੀ ਹੈ, ਨੁਕਸ ਤੇਰੇ ਵਿੱਚ ਹੀ ਹੈ। ਜੇ ਮੈਂ ਆਪਣੀ ਮਾਂ ਨੂੰ ਦੱਸਦੀ ਹਾਂ ਤਾਂ ਉਹ ਕਹਿੰਦੀ ਹੈ, ਤੈਨੂੰ ਸਮਝਾਇਆ ਸੀ, ਤੂੰ ਸਮਝੀ ਨਹੀਂ। ਸੋ ਹੁਣ ਭੁਗਤ। ਜੇ ਸਾਡੀ ਸਹਿਮਤੀ ਨਾਲ ਜਾਂ ਰਸਮ ਰੀਤ ਨਾਲ ਵਿਆਹ ਹੋਇਆ ਹੁੰਦਾ ਤਾਂ ਅਸੀਂ ਤੇਰੇ ਨਾਲ ਖੜਦੇ। ਵਿਆਹ ਦੀਆਂ ਜਿਹੜੀਆਂ ਰਸਮਾਂ ਅਸੀਂ ਨਿਭਾਉਂਦੇ ਹਾਂ ਉਹਨਾਂ ਦੀਆਂ ਜੜ੍ਹਾਂ ਮੱਧਕਾਲੀ ਕਬੀਲੇ ਯੁੱਗ ਵਿੱਚ ਪਈਆਂ ਹਨ। ਸਮਾਜ ਕੋਈ ਹੋਵੇ, ਉਸ ਵਿੱਚ ਵਸਣ ਵਾਲੇ ਲੋਕਾਂ ਵਿੱਚ ਹਾਕਮ ਜਮਾਤ ਦੀ ਨਕਲ ਕਰਨ ਦੀ ਪ੍ਰਵਿਰਤੀ ਹੁੰਦੀ ਹੈ। ਜਦੋਂ ਕੋਈ ਰਾਜਾ ਜਾਂ ਰਾਜਕੁਮਾਰ ਕਿਸੇ ਦੂਜੇ ਰਾਜ ਜਾਂ ਰਾਜੇ 'ਤੇ ਹਮਲਾ ਕਰਦਾ ਸੀ ਤਾਂ ਉਹ ਛੱਤਰ ਝੁਲਾ ਕੇ, ਮੁਕਟ ਸਜਾ ਕੇ, ਨਗਾਰਾ ਵਜਾ ਕੇ, ਘੋੜੇ 'ਤੇ ਸਵਾਰ ਹੋ ਕੇ, ਫੌਜ ਲੈ ਕੇ ਵਿਰੋਧੀ ਜਾਂ ਗੁਆਂਢੀ ਰਾਜੇ ਤੋਂ ਈਨ ਮਨਾਉਣ ਲਈ ਜਾਂ ਯੁੱਧ ਕਰਨ ਲਈ ਚੱਲਦਾ ਸੀ। ਦੂਜੇ ਰਾਜੇ ਸਾਹਮਣੇ ਦੋ ਰਾਹ ਹੁੰਦੇ ਸਨ, ਜਾਂ ਈਨ ਮੰਨੇ ਜਾਂ ਮੁਕਾਬਲਾ ਕਰੇ। ਅਜੋਕੇ ਯੁੱਗ ਦਾ ਦੂਜੇ ਸ਼ਹਿਰ ਜਾਂ ਮੁਹੱਲੇ ਦਾ ਰਾਜਾ ਜਾਂ ਲੜਕੀ ਦਾ ਪਿਤਾ ਲੜਦਾ ਨਹੀਂ, ਈਨ ਮੰਨਦਾ ਹੈ ਅਤੇ ਹਮਲਾਵਰ ਰਾਜੇ ਦੀ ਫੌਜ ਜਾਂ ਬਾਰਾਤ ਦਾ ਸਵਾਗਤ ਕਰਦਾ ਹੈ ਅਤੇ ਉਸ ਦੇ ਗਲੇ ਵਿੱਚ ਜਿੱਤ ਦੀ ਜੈਮਾਲਾ ਪਾਉਂਦਾ ਹੈ ਅਤੇ ਆਪਣੀ ਸਭ ਤੋਂ ਕੀਮਤੀ ਚੀਜ਼, ਆਪਣੀ ਧੀ ਦਾ ਡੋਲਾ ਨਜ਼ਰਾਨੇ ਵਜੋਂ ਪੇਸ਼ ਕਰਦਾ ਹੈ। ਦਾਜ ਰਾਹੀਂ ਹਰਜਾਨਾ ਭਰਦਾ ਹੈ ਅਤੇ ਸ਼ਗਨਾਂ ਰਾਹੀਂ ਸ਼ੁਕਰਾਨਾ ਕਰਦਾ ਹੈ ਅਤੇ ਇਵੇਂ ਜੁਰਮਾਨੇ ਅਤੇ ਤਹਿਖਾਨੇ ਤੋਂ ਬਚਦਾ ਹੈ। ਜੇਤੂ ਫੌਜ ਦੀ ਪਕਵਾਨਾਂ ਨਾਲ ਝੁਕ ਝੁਕ ਕੇ ਸੇਵਾ ਕੀਤੀ ਜਾਂਦੀ ਹੈ। ਸ਼ੁਕਰਾਨਾ, ਨਜ਼ਰਾਨਾ, ਜੁਰਮਾਨਾ, ਹਰਜਾਨਾ ਅਤੇ ਤਹਿਖਾਨਾ ਮੁਗਲ ਹਕੂਮਤ ਦੇ ਆਧਾਰ ਸਨ। ਕਿਸੇ ਨੇ ਪੁੱਛਿਆ ਸੀ ਕਿ ਦੁਲਹਨ ਦੇ ਘਰ ਪਹੁੰਚ ਕੇ ਬਰਾਤੀ ਨੱਚਦੇ ਕਿਉਂ ਹਨ? ਉੱਤਰ ਹੈ ਕਿ ਉਹਨਾਂ ਨੂੰ ਆਪਣੀ ਜਿੱਤ ਦਾ ਇਤਨਾ ਭਰੋਸਾ ਹੁੰਦਾ ਹੈ ਕਿ ਮੁੱਠਭੇੜ ਜਾਂ ਮਿਲਣੀ ਤੋਂ ਪਹਿਲਾਂ ਹੀ ਉਹ ਜਿੱਤ ਦਾ ਜਸ਼ਨ ਮਨਾਉਣ ਲੱਗ ਪੈਂਦੇ ਹਨ। ਲੜਾਈ ਦਾ ਨਗਾਰਾ ਜਸ਼ਨ ਦਾ, ਜਿੱਤ ਦਾ ਬੈਂਡ ਵਾਜਾ ਬਣ ਜਾਂਦਾ ਹੈ। ਦੁਲਹਾ ਘੋੜੀ ਉੱਤੇ ਇਸ ਲਈ ਬਿਠਾਇਆ ਜਾਂਦਾ ਹੈ ਕਿਉਂਕਿ ਉਹ ਰਾਜਕੁਮਾਰ ਹੈ, ਪਰ ਅਜੋਕੇ ਅਰਥਾਂ ਵਿੱਚ ਇਸ ਲਈ ਬਿਠਾਇਆ ਜਾਂਦਾ ਹੈ ਕਿ ਉਹ ਰਿਸ਼ਟ ਪੁਸ਼ਟ ਹੈ।
ਘੋੜੀ ਨੂੰ ਕਾਬੂ ਕਰ ਸਕਦਾ ਹੈ ਅਤੇ ਉਸ ਦੇ ਸਰੀਰ ਦੇ ਅੰਗ ਪੂਰੇ ਹਨ। ਜੇ ਉਸ ਦੇ ਸਰੀਰ ਵਿੱਚ ਕੋਈ ਨੁਕਸ ਹੋਵੇ ਤਾਂ ਉਹ ਧੜਮ ਕਰਕੇ ਡਿੱਗ ਪਵੇਗਾ। ਉਪਰੋਕਤ ਰਸਮਾਂ ਕਾਰਨ ਹੀ ਲੜਕੇ ਵਾਲਿਆਂ ਦਾ ਦਰਜਾ ਲੜਕੀ ਵਾਲਿਆਂ ਤੋਂ ਉਚੇਰਾ ਮਿਥਿਆ ਗਿਆ ਹੈ ਅਤੇ ਲੜਕੀ ਵਾਲੇ ਆਪਣੀ ਅਧੀਨਗੀ ਪ੍ਰਗਟਾਉਣ ਲਈ ਹਰ ਥਾਂ ਹੱਥ ਜੋੜਦੇ ਹਨ। ਹੱਥ ਜੋੜ ਕੇ ਮਿਲਣ ਵੇਲੇ ਆਮੋ ਸਾਹਮਣੇ ਹੋਣ ਪਿੱਛੇ ਵੀ ਕਾਰਨ ਇਹ ਹੈ ਕਿ ਦੋਵੇਂ ਵਿਅਕਤੀ ਦਿਖਾਉਂਦੇ ਹਨ ਕਿ ਮੇਰੇ ਹੱਥ ਵਿੱਚ ਕੋਈ ਹਥਿਆਰ ਨਹੀਂ ਹੈ। ਹੱਥ ਮਿਲਾਉਣ ਦੀ ਰਸਮ ਯੂਰਪ ਤੋਂ ਆਈ ਹੈ, ਜਿੱਥੇ ਦੋਵੇਂ ਵਿਰੋਧੀ ਧਿਰਾਂ ਸਮਝੌਤੇ ਉਪਰੰਤ ਹੱਥ ਮਿਲਾਉਂਦੀਆਂ ਅਤੇ ਇੱਕ ਦੂਜੇ ਨੂੰ ਸਹਿਯੋਗ ਦੇਣ ਦਾ ਪ੍ਰਣ ਕਰਦੀਆਂ ਸਨ। ਇਵੇਂ ਹੀ ਜਿੱਤਣ ਉਪਰੰਤ ਬਾਂਹ ਉੱਚੀ ਕਰਕੇ ਹੱਥ ਹਿਲਾਉਣਾ ਆਪਣਾ ਕੱਦ ਵੱਡਾ ਜਾਂ ਉੱਚਾ ਕਰਨ ਦਾ ਉਪਰਾਲਾ ਹੁੰਦਾ ਹੈ। ਪੈਰੀਂ ਹੱਥ ਲਾਉਣ ਪਿੱਛੇ ਕਾਰਨ ਇਹ ਹੈ ਕਿ ਛੋਟੀ ਧਿਰ ਜਾਂ ਯੁੱਧ ਵਿੱਚ ਹਾਰੀ ਹੋਈ ਧਿਰ ਜਿੱਤੀ ਹੋਈ ਜਾਂ ਵੱਡੀ ਧਿਰ ਅੱਗੇ ਅਧੀਨਗੀ ਕਬੂਲਣ ਦੇ ਪ੍ਰਮਾਣ ਵਜੋਂ ਆਪਣੀ ਗਰਦਨ ਪੇਸ਼ ਕਰਦੀ ਹੈ ਤੇ ਸੰਕੇਤ ਦਿੰਦੀ ਹੈ ਕਿ ਤੁਹਾਡੀ ਮਰਜ਼ੀ ਹੈ, ਮੇਰਾ ਸਿਰ ਕਤਲ ਕਰ ਦਿਓ ਜਾਂ ਮੈਨੂੰ ਬਖਸ਼ ਦਿਓ। ਬਖਸ਼ ਦਿਓਗੇ ਤਾਂ ਸਾਰੀ ਉਮਰ ਗੁਲਾਮ ਰਹਾਂਗਾ। ਇਸੇ ਕਰਕੇ ਵੱਡੀ ਧਿਰ ਕਹਿੰਦੀ ਹੈ, ਜਿਉਂਦਾ ਰਹਿ, ਅਰਥਾਤ ਬਖਸ਼ ਦਿੱਤਾ ਹੈ। ਕਿਸੇ ਵੱਡੇ ਦੇ ਆਉਣ 'ਤੇ ਅਸੀਂ ਇਸ ਲਈ ਖੜੇ ਹੋ ਜਾਂਦੇ ਹਾਂ ਕਿ ਦੱਸ ਸਕੀਏ ਕਿ ਤੁਸੀਂ ਸਾਡੇ ਸ਼ੁਭ ਚਿੰਤਕ ਹੋ। ਅਸੀਂ ਤੁਹਾਡੀ ਮਿਹਰ 'ਤੇ ਅਭਿਲਾਸ਼ੀ ਹਾਂ। ਤੁਹਾਡੀ ਖਾਤਰ ਅਸੀਂ ਸਾਰੇ ਸੁੱਖ ਸਾਧਨ ਜੁਟਾ ਦਿਆਂਗੇ ਅਤੇ ਤੁਹਾਡੇ ਲਈ ਅਸੀਂ ਸਾਰੇ ਆਰਾਮ ਤਿਆਗ ਕੇ ਸਰੀਰਕ ਕਸ਼ਟ ਸਹਿਣ ਲਈ ਵੀ ਤਿਆਰ ਹਾਂ। ਸਲੂਟ ਮਾਰਨ ਦੀ ਰਸਮ ਡਾਕੂਆਂ ਅਤੇ ਬਦਮਾਸ਼ਾਂ ਤੋਂ ਯੂਰਪ ਵਿੱਚ ਆਰੰਭ ਹੋਈ ਸੀ। ਯੂਰਪ ਵਿੱਚ ਡਾਕੂ ਅਤੇ ਬਦਮਾਸ਼ ਅੱਖਾਂ ਉੱਤੇ ਝੁਕੇ ਹੋਏ ਅਜਿਹੇ ਹੈਟ ਪਹਿਨਦੇ ਸਨ ਜਿਸ ਨਾਲ ਕੋਈ ਉਹਨਾਂ ਨੂੰ ਪਛਾਣ ਨਹੀਂ ਸੀ ਸਕਦਾ। ਦੁਸ਼ਮਣ ਦੇ ਇਲਾਕੇ ਵਿੱਚੋਂ ਉਹ ਇਸ ਵਿਧੀ ਨਾਲ ਲੰਘਦੇ ਸਨ। ਜਦੋਂ ਉਹ ਕਿਸੇ ਜਾਣੂ ਬਦਮਾਸ਼ ਦੇ ਇਲਾਕੇ ਵਿੱਚੋਂ ਲੰਘਦੇ ਸਨ ਤਾਂ ਆਪਣੀ ਪਛਾਣ ਕਰਵਾਉਣ ਲਈ ਉਹ ਸੱਜੇ ਹੱਥ ਦੇ ਚੱਪੇ ਨਾਲ ਆਪਣਾ ਹੈਟ ਅੱਖਾਂ ਤੋਂ ਥੋੜ੍ਹਾ ਜਿਹਾ ਉੱਚਾ ਕਰਦੇ ਸਨ। ਹੌਲੀ ਹੌਲੀ ਇਹ ਵਰਤਾਰਾ ਸਲੂਟ ਬਣ ਗਿਆ ਅਤੇ ਇਹ ਬਦਮਾਸ਼ ਡਾਕੂ ਰਾਜੇ ਮਹਾਰਾਜੇ ਬਣ ਗਏ। ਜਨਤਾ ਹਾਕਮਾਂ ਜਾਂ ਸਰਕਾਰਾਂ ਦੀ ਨਿੰਦਾ ਇਸ ਲਈ ਕਰਦੀ ਹੈ ਕਿਉਂਕਿ ਹਕੂਮਤਾਂ ਅਤੇ ਸਰਕਾਰਾਂ ਡਾਕੂਆਂ ਵਾਂਗ ਪੇਸ਼ ਆਉਂਦੀਆਂ ਹਨ ਤੇ ਜਨਤਾ ਦੀ ਕਮਾਈ ਖੋਹ ਲੈਂਦੀਆਂ ਹਨ। ਅੱਖ ਮਾਰਨੀ ਇੱਕ ਗੁਪਤ ਭਾਸ਼ਾ ਵਜੋਂ ਵਰਤੀ ਜਾਂਦੀ ਰਹੀ ਹੈ, ਜਿਸ ਰਾਹੀਂ ਕਿਸੇ ਇਕੱਠ ਵਿੱਚ ਦੂਜਿਆਂ ਤੋਂ ਗੁਪਤ ਬੋਲਣ ਜਾਂ ਹਿੱਲਣ ਤੋਂ ਬਿਨਾਂ ਆਪਣੇ ਹਮਾਇਤੀਆਂ ਨੂੰ ਇਸ਼ਾਰਾ ਕੀਤਾ ਜਾਂਦਾ ਹੈ। ਕਈ ਵਾਰੀ ਅਜਿਹਾ ਸੰਕੇਤ ਕਿਸੇ ਕਾਤਰ ਜਾਂ ਕੱਪੜੇ ਜਾਂ ਝੰਡੀ ਰਾਹੀਂ ਵੀ ਦਿੱਤਾ ਜਾਂਦਾ ਹੈ। ਜੰਗ ਦੇ ਮੈਦਾਨ ਵਿੱਚ ਹਾਰ ਮੰਨਣ ਵਾਲੀ ਫੌਜ ਆਪਣੀ ਹਾਰ ਦੇ ਐਲਾਨ ਵਜੋਂ ਬੇਰੰਗ ਚਿੱਟਾ ਕੱਪੜਾ ਝੰਡਾ ਲਹਿਰਾਉਂਦੀ ਹੈ। ਵੇਖਣ ਨੂੰ ਤਾਂ ਲੱਗਦਾ ਹੈ ਕਿ ਕੱਪੜੇ ਸਰਦੀ ਗਰਮੀ ਤੋਂ ਬਚਣ ਲਈ ਪਹਿਨੇ ਜਾਂਦੇ ਹਨ, ਪਰ ਕੱਪੜੇ ਅਜੋਕੇ ਯੁੱਗ ਵਿੱਚ ਮੁੱਖ ਤੌਰ 'ਤੇ
ਆਪਣਾ ਸਮਾਜਿਕ ਰੁਤਬਾ ਪ੍ਰਗਟਾਉਣ ਲਈ ਵਰਤੇ ਜਾਂਦੇ ਹਨ। ਕੱਪੜਿਆਂ ਦਾ ਮੁੱਢ ਸ਼ਿਕਾਰ ਯੁੱਗ ਵਿੱਚ ਬੱਝਾ ਸੀ। ਜਦੋਂ ਸ਼ਿਕਾਰੀ ਸ਼ਿਕਾਰ ਕੀਤੇ ਜਾਨਵਰਾਂ ਨੂੰ ਬੰਨ੍ਹਣ ਚੁੱਕਣ ਲਈ ਕਿਸੇ ਜਾਨਵਰ ਦੀ ਖੱਲ ਵਰਤਦੇ ਸਨ। ਹੱਥਾਂ ਵਿੱਚ ਡਾਂਗ ਸੋਟੇ ਹੋਣ ਕਰਕੇ ਖੱਲ ਉਹ ਆਪਣੇ ਲੱਕ ਦੁਆਲੇ ਬੰਨ੍ਹ ਲੈਂਦੇ ਸਨ। ਲੱਕ ਦੁਆਲੇ ਬੰਨ੍ਹੀ ਇਹ ਖੱਲ ਕੱਛਾ ਬਣ ਗਈ। ਹੌਲੀ ਹੌਲੀ ਸ਼ਿਕਾਰੀ ਦਾ ਰੁਤਬਾ ਇਸ ਗੱਲ 'ਤੇ ਨਿਰਭਰ ਹੋ ਗਿਆ ਕਿ ਖੱਲ ਕਿਹੜੇ ਜਾਨਵਰ ਦੀ ਹੈ। ਜਿਵੇਂ ਹੁਣ ਰੁਤਬਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੱਪੜਾ ਜਾਂ ਸੂਟ ਕਿਹੜੀ ਕੰਪਨੀ ਦਾ ਹੈ। ਅਜੋਕੇ ਯੁੱਗ ਵਿੱਚ ਕੱਪੜੇ ਆਪਣੀ ਸਮਾਜਿਕ ਸਥਿਤੀ, ਜਾਤੀ, ਗੋਤ, ਕਬੀਲਾ, ਕੰਮ ਧੰਦਾ, ਧਰਮ, ਸੱਭਿਆਚਾਰ ਆਦਿ ਪ੍ਰਗਟਾਉਣ ਲਈ ਪਹਿਨੇ ਜਾਂਦੇ ਹਨ। ਸਾਡਾ ਬੁਨਿਆਦੀ ਲਿਬਾਸ ਸਾਡਾ ਧਰਮ ਨਿਰਧਾਰਿਤ ਕਰਦਾ ਹੈ, ਜਿਹੜਾ ਅਸੀਂ ਅਕਸਰ ਘਰ ਵਿੱਚ ਪਹਿਨਦੇ ਹਾਂ। ਸਾਡਾ ਵਿਹਾਰਿਕ ਲਿਬਾਸ ਸਾਡਾ ਕੰਮ ਧੰਦਾ ਨਿਰਧਾਰਿਤ ਕਰਦਾ ਹੈ। ਪੈਂਟ ਕਮੀਜ਼ ਦਾ ਰਿਵਾਜ ਉਦਯੋਗਿਕ ਕ੍ਰਾਂਤੀ ਵੇਲੇ ਇੰਗਲੈਂਡ ਵਿੱਚ ਪਿਆ, ਕਿਉਂਕਿ ਖੁੱਲ੍ਹੇ ਕੱਪੜੇ ਮਸ਼ੀਨ ਦੇ ਪਟੇ ਵਿੱਚ ਫਸ ਜਾਂਦੇ ਸਨ। ਇਸਤਰੀਆਂ ਨੂੰ ਪਤਾ ਨਹੀਂ ਕਿ ਉਹ ਨਹੁੰ ਕਿਉਂ ਵਧਾਉਂਦੀਆਂ ਹਨ। ਨਹੁੰ ਵਧਾਉਣ ਦਾ ਰਿਵਾਜ ਵੀ ਉਦਯੋਗਿਕ ਕ੍ਰਾਂਤੀ ਵੇਲੇ ਪਿਆ, ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੇਂਡੂ ਮਜ਼ਦੂਰ ਸ਼ਹਿਰਾਂ ਵਿੱਚ ਆ ਕੇ ਸ਼ਹਿਰੀਆਂ ਵਾਂਗ ਰਹਿਣ ਲੱਗ ਪਏ। ਉਸ ਸਮੇਂ ਕਾਰਖਾਨੇ ਦੇ ਮਾਲਕਾਂ ਨੇ ਅਤੇ ਉਹਨਾਂ ਦੇ ਪਰਿਵਾਰਾਂ ਨੇ ਨਹੁੰ ਵਧਾ ਕੇ ਦੱਸਿਆ ਕਿ ਉਹ ਹੱਥੀਂ ਕੰਮ ਕਰਨ ਵਾਲੇ ਮਜ਼ਦੂਰ ਨਹੀਂ, ਮਾਲਕ ਹਨ। ਹੱਥੀਂ ਕੰਮ ਕਰਨ ਵਾਲਿਆਂ ਦੇ ਨਹੁੰ ਨਹੀਂ ਵੱਧਦੇ। ਲਿਪਸਟਿਕ ਲਗਾਉਣ ਦਾ ਰਿਵਾਜ ਵੀ ਇਸ ਸਮੇਂ ਵਿਆਹੀਆਂ ਇਸਤਰੀਆਂ ਨੂੰ ਕੁਆਰੀਆਂ ਤੋਂ ਨਿਖੇੜਨ ਲਈ ਪਿਆ ਸੀ। ਭਾਰਤ ਵਿੱਚ ਮਾਂਗ ਵਿੱਚ ਸੰਧੂਰ ਪਾਉਣ ਪਿੱਛੇ ਕਾਰਨ ਇਹ ਸੀ ਕਿ ਵਹਿਮ ਕੀਤਾ ਜਾਂਦਾ ਸੀ ਕਿ ਵਿਆਹ ਉਪਰੰਤ ਕਾਮ ਦੀ ਵਧੇਰੇ ਗਰਮੀ ਕਾਰਨ ਲੋਕ ਪਾਗਲ ਹੋ ਜਾਂਦੇ ਸਨ। ਸੋ ਇਸਤਰੀਆਂ ਦੇ ਮੱਥੇ 'ਤੇ ਸੰਧੂਰ ਅਤੇ ਪੁਰਸ਼ਾਂ ਦੇ ਮੱਥੇ 'ਤੇ ਗਾਚਣੀ ਆਦਿ ਦਾ ਲੇਪ ਕੀਤਾ ਜਾਂਦਾ ਸੀ, ਜਿਸ ਨਾਲ ਉਹਨਾਂ ਦੇ ਸਰੀਰ ਵਿਚਲੀ ਗਰਮੀ ਘਟਦੀ ਸੀ। ਅਜੋਕੇ ਯੁੱਗ ਵਿੱਚ ਆਪਣਾ ਸਮਾਜਿਕ ਆਰਥਿਕ ਮਹੱਤਵ ਉਘਾੜਨ ਲਈ ਕੱਪੜਿਆਂ ਦੇ ਨਾਲ ਗਹਿਣੇ ਪਹਿਨੇ ਜਾਂਦੇ ਹਨ। ਇਸਤਰੀ ਉੱਥੇ ਗਹਿਣੇ ਪਹਿਨਦੀ ਹੈ ਜਿੱਥੇ ਅੰਧ ਵਿਸ਼ਵਾਸ ਅਧੀਨ ਸਮਝਿਆ ਜਾਂਦਾ ਸੀ ਕਿ ਭੂਤ ਨਾੜੀ ਦੱਬ ਕੇ ਮਾਂ ਬਣਨ ਵਾਲੀ ਇਸਤਰੀ ਦੀ ਜਾਨ ਕੱਢਦੇ ਸਨ। ਗਹਿਣਿਆਂ ਨਾਲ ਸਜੀਆਂ ਮੰਦਰਾਂ ਵਿੱਚ ਦੇਵੀਆਂ ਭਾਰਤੀ ਇਸਤਰੀਆਂ ਲਈ ਪਹਿਰਾਵੇ ਅਤੇ ਗਹਿਣਿਆਂ ਦੇ ਪੱਖੋਂ ਮਾਡਲ ਹਨ। ਗਹਿਣੇ ਇਸਤਰੀ ਨੂੰ ਕਿਸੇ ਕੀਮਤੀ ਚੀਜ਼ ਦੀ ਮਾਲਕ ਹੋਣ ਦਾ ਅਹਿਸਾਸ ਕਰਵਾਉਂਦੇ ਹਨ। ਗਹਿਣੇ ਅਜਿਹੀਆਂ ਧਾਤਾਂ ਦੇ ਬਣਦੇ ਹਨ ਜਿਹੜੀਆਂ ਆਮ ਨਹੀਂ। ਵਿਗਿਆਨ ਦੱਸਦਾ ਹੈ ਕਿ 1 ਕਿਲੋ ਲੋਹਾ ਮੌਸਮ ਦੇ ਪ੍ਰਭਾਵ ਕਾਰਨ 100 ਕੁ ਸਾਲ ਵਿੱਚ ਅੱਧਾ ਕਿਲੋ ਰਹਿ ਜਾਂਦਾ ਹੈ, ਜਦੋਂ ਕਿ ਸੋਨੇ ਨੂੰ ਅੱਧਾ ਹੋਣ ਵਿੱਚ 5-6 ਹਜ਼ਾਰ ਸਾਲ ਲੱਗਦੇ ਹਨ ਅਤੇ ਹੀਰੇ ਨੂੰ ਅੱਧਾ ਹੋਣ ਵਿੱਚ ਲਗਭਗ 50,000 ਸਾਲ ਲੱਗਦੇ ਹਨ। ਅੱਧੇ ਹੋਣ 'ਤੇ ਸਮੇਂ ਦੇ ਆਧਾਰ ਅਤੇ ਧਾਤਾਂ ਦੀ ਕੀਮਤ ਨਿਰਧਾਰਤ ਹੁੰਦੀ ਹੈ।
ਇਹ ਧਾਤਾਂ ਆਮ ਨਹੀਂ, ਇਸ ਲਈ ਕੀਮਤੀ ਹਨ। ਭਾਰਤ ਵਿੱਚ ਧਾਤਾਂ ਵੀ ਜਾਤ ਪਾਤ ਦੇ ਆਧਾਰ 'ਤੇ ਵੰਡੀਆਂ ਗਈਆਂ ਹਨ। ਬ੍ਰਾਹਮਣ ਸੋਨਾ ਪਹਿਨਦੇ ਹਨ, ਇਸ ਲਈ ਸਵਰਨ ਜਾਤੀ ਕਹਿਲਾਉਂਦੇ ਹਨ। ਕਸ਼ੱਤਰੀ ਚਾਂਦੀ ਪਹਿਨਦੇ ਸਨ। ਵੈਸ਼ ਕਾਂਸੀ ਦੇ ਗਹਿਣੇ ਜਾਂ ਭਾਂਡੇ ਵਰਤਦੇ ਹਨ, ਜਦੋਂ ਕਿ ਸ਼ੂਦਰ ਲੋਹੇ ਦੇ ਬਰਤਨ ਹੀ ਵਰਤਣ ਦੇ ਅਧਿਕਾਰੀ ਮੰਨੇ ਗਏ ਹਨ। ਕਿਸੇ ਚੀਜ਼ ਦਾ ਮਹੱਤਵ ਵਧਾਉਣ ਲਈ ਉਸਦੀ ਆਮ ਵਰਤੋਂ 'ਤੇ ਪਾਬੰਦੀ ਲਾਈ ਜਾਂਦੀ ਹੈ ਜਾਂ ਉਹ ਮਹਿੰਗੀ ਕਰ ਦਿੱਤੀ ਜਾਂਦੀ ਹੈ ਜਾਂ ਉਸਨੂੰ ਪ੍ਰਾਪਤ ਕਰਨਾ ਮੁਸ਼ਕਿਲ ਕਰ ਦਿੱਤਾ ਜਾਂਦਾ ਹੈ। ਸੁੰਦਰਤਾ ਦੀ, ਬਹਾਦਰੀ ਦੀ, ਗਿਆਨ ਆਦਿ ਦੀ ਪ੍ਰਸ਼ੰਸਾ ਵੀ ਇਸ ਲਈ ਹੈ ਕਿਉਂਕਿ ਇਹ ਆਮ ਨਹੀਂ, ਮੰਗ ਵਧੇਰੇ ਹੈ ਅਤੇ ਪੂਰਤੀ ਘੱਟ ਹੈ। ਇਸਤਰੀ ਚਾਹੁੰਦੀ ਹੈ ਉਹ ਸਦਾ ਜਵਾਨ ਰਹੇ ਅਤੇ ਪੁਰਸ਼ ਦੀ ਇੱਛਾ ਬਣੀ ਰਹੇ। ਉਸਦੀ ਸੁੰਦਰਤਾ ਹੀਰੇ ਵਾਂਗ ਚਮਕੇ ਅਤੇ ਸੋਨੇ ਵਾਂਗ ਲਿਸ਼ਕੇ, ਸੋ ਉਹ ਅਕਸਰ ਗਹਿਣੇ ਪਹਿਨਦੀ ਹੈ ਅਤੇ ਆਪਣੀ ਉਮਰ ਦੱਸਣ ਵੇਲੇ ਝੂਠ ਬੋਲਦੀ ਹੈ, ਪਰ ਉਸਦਾ ਇਹ ਝੂਠ ਪਿਆਰਾ ਲੱਗਦਾ ਹੈ। ਇਸਤਰੀ ਦਾ ਮੁੱਖ ਉਦੇਸ਼ ਅਤੇ ਗੁਣ ਸੋਹਣੇ ਲੱਗਣਾ ਹੈ। ਪੁਰਸ਼ ਆਪਣੀ ਆਮਦਨ ਜਾਇਦਾਦ ਬਾਰੇ ਝੂਠ ਬੋਲਦੇ ਹਨ। ਝੂਠ ਕੇਵਲ ਮਨੁੱਖ ਬੋਲਦੇ ਹਨ। ਝੂਠ ਬੋਲਣਾ, ਧੋਖਾ ਦੇਣਾ, ਬੇਈਮਾਨੀ ਆਦਿ ਕਰਨ ਦੀਆਂ ਪ੍ਰਵਿਰਤੀਆਂ ਸ਼ਿਕਾਰ ਯੁੱਗ ਦੀ ਦੇਣ ਹਨ। ਇਮਾਨਦਾਰੀ ਨਾਲ ਸ਼ਿਕਾਰ ਨਹੀਂ ਕੀਤਾ ਜਾ ਸਕਦਾ। ਜਾਨਵਰ ਨੂੰ ਫੜਨ ਜਾਂ ਮਾਰਨ ਲਈ ਮਨੁੱਖ ਫਰੇਬ ਜਾਂ ਧੋਖੇ ਦਾ ਸਹਾਰਾ ਲੈਂਦਾ ਹੈ। ਜਾਲ ਵਿਛਾ ਕੇ, ਚੋਗਾ ਪਾ ਕੇ ਪੰਛੀਆਂ ਨੂੰ ਫੜਿਆ ਜਾਂਦਾ ਹੈ। ਮੱਛੀ ਫੜਨ ਵੇਲੇ ਕੁੰਡੀ ਰਾਹੀਂ ਦੋਸਤੀ ਦੀ ਵਿਧੀ ਵਰਤ ਕੇ ਧੋਖਾ ਕੀਤਾ ਜਾਂਦਾ ਹੈ। ਦੁਕਾਨਦਾਰ ਹਰ ਵਿਧੀ ਵਰਤ ਕੇ ਗਾਹਕ ਨੂੰ ਉਵੇਂ ਹੀ ਭਰਮਾਉਂਦਾ ਹੈ ਜਿਵੇਂ ਕੁੰਡੀ ਨੂੰ ਆਟਾ ਲਾ ਕੇ ਮੱਛੀ ਨੂੰ ਭਰਮਾਇਆ ਜਾਂਦਾ ਹੈ। ਅਜੋਕੇ ਯੁੱਗ ਵਿੱਚ ਕੰਪਨੀਆਂ, ਵਪਾਰੀ ਆਦਿ ਸ਼ਿਕਾਰੀ ਵਿਧੀ ਵਰਤ ਕੇ ਭਾਂਤ-ਭਾਂਤ ਦੇ ਲਾਲਚ ਦੇ ਕੇ ਗਾਹਕਾਂ ਦਾ ਸ਼ਿਕਾਰ ਕਰਦੇ ਹਨ। ਇਸੇ ਲਈ ਫਸ ਜਾਣ ਉਪਰੰਤ ਅਸੀਂ ਵਪਾਰੀਆਂ ਨੂੰ ਧੋਖੇਬਾਜ਼, ਬੇਈਮਾਨ ਆਦਿ ਕਹਿੰਦੇ ਹਾਂ। ਸਾਨੂੰ ਬਾਜ਼ਾਰ ਜਾਣਾ ਇਸ ਲਈ ਚੰਗਾ ਲੱਗਦਾ ਹੈ ਕਿਉਂਕਿ ਬਾਜ਼ਾਰ ਵਿੱਚ ਮਾਹੌਲ ਮੇਲੇ ਵਾਲਾ ਹੁੰਦਾ ਹੈ। ਮੱਧਕਾਲ ਵਿੱਚ ਮੇਲਾ ਕੁਝ ਦਿਨ ਲੱਗਦਾ ਸੀ, ਜਦੋਂ ਕਿ ਬਾਜ਼ਾਰ ਹਰ ਰੋਜ਼ ਸਵੇਰ ਤੋਂ ਸ਼ਾਮ ਤੱਕ ਚੱਲਣ ਵਾਲਾ ਪੱਕਾ ਮੇਲਾ ਬਣ ਗਿਆ ਹੈ। ਸਾਡੇ ਦੇਸ਼ ਵਿੱਚ ਬਾਜ਼ਾਰ ਦੀ ਐਤਵਾਰ ਦੀ ਛੁੱਟੀ ਦਾ ਸੰਕਲਪ ਅੰਗਰੇਜ਼ ਲੈ ਕੇ ਆਏ। ਬਾਈਬਲ ਦੇ ਮੁੱਢ ਵਿੱਚ ਦਰਜ ਹੈ ਕਿ ਪਰਮਾਤਮਾ ਨੇ ਇਹ ਸੰਸਾਰ 6 ਦਿਨ ਵਿੱਚ ਬਣਾਇਆ ਅਤੇ 7ਵੇਂ ਦਿਨ ਆਰਾਮ ਕੀਤਾ। ਸੋ ਜਿੱਥੇ ਈਸਾਈ ਕੈਲੰਡਰ ਦੀ ਮਾਨਤਾ ਹੈ, ਉੱਥੇ ਐਤਵਾਰ ਦੀ ਛੁੱਟੀ ਹੁੰਦੀ ਹੈ। ਮੁਸਲਮਾਨਾਂ ਲਈ 7ਵਾਂ ਦਿਨ ਸ਼ੁੱਕਰਵਾਰ ਜੁਮਾ ਹੈ ਅਤੇ ਯਹੂਦੀਆਂ ਲਈ ਇਹ ਦਿਨ ਸ਼ਨਿਚਰਵਾਰ ਹੈ। ਵਪਾਰ ਵਿੱਚ ਅਤੇ ਪਿਆਰ ਵਿੱਚ ਸ਼ਿਕਾਰੀ ਵਿਧੀ ਦੀ ਪ੍ਰਧਾਨਤਾ ਕਾਰਨ ਝੂਠ ਬੋਲਿਆ ਜਾਂਦਾ ਹੈ ਅਤੇ ਬਹਾਨੇ ਲਾਏ ਜਾਂਦੇ ਹਨ। ਲਾਰੇ ਅਤੇ ਫੜਾਂ ਵੀ ਝੂਠ ਦੇ ਹੀ ਰੂਪ ਹਨ। ਜਦੋਂ ਸਾਡਾ ਯਤਨ ਸਫਲ ਹੋ ਜਾਂਦਾ ਹੈ ਤਾਂ ਅਸੀਂ ਹੱਥ ਉੱਤੇ ਹੱਥ ਮਾਰ ਕੇ ਖੁਸ਼ੀ ਮਨਾਉਂਦੇ ਹਾਂ। ਇਹ ਵਿਧੀ ਵਕਤ ਦੇ ਬੀਤਣ ਨਾਲ
ਤਾੜੀ ਬਣ ਗਈ। ਹੱਥ ਨੂੰ ਜੋਤਸ਼ੀ ਇਸ ਲਈ ਵੇਖਦੇ ਹਨ ਕਿਉਂਕਿ ਦਿਮਾਗ ਢਕਿਆ ਹੁੰਦਾ ਹੈ ਅਤੇ ਹੱਥ ਨੰਗੇ ਹੁੰਦੇ ਹਨ। ਮਨੁੱਖ ਦਾ ਦਿਮਾਗ ਜੋ ਕੁਝ ਸੋਚਦਾ ਹੈ ਉਸ ਨੂੰ ਅਮਲ ਵਿੱਚ ਹੱਥ ਲਿਆਉਂਦੇ ਹਨ। ਸੋ ਜੋਤਸ਼ੀ ਸਾਡੇ ਹੱਥ ਰਾਹੀਂ ਸਾਡੇ ਸੋਚਣ ਢੰਗ ਨੂੰ ਸਮਝਣ ਦਾ ਯਤਨ ਕਰਦਾ ਹੈ। ਹੱਥ ਦੇ ਰੰਗ ਰੂਪ, ਆਕਾਰ, ਸਾਫ਼ ਸਫਾਈ ਆਦਿ ਤੋਂ ਕਿਸੇ ਵਿਅਕਤੀ ਦੀ ਆਰਥਿਕ ਸਥਿਤੀ, ਕੰਮਕਾਜ ਅਤੇ ਸਮਾਜਿਕ ਰੁਤਬੇ ਦਾ ਪਤਾ ਲੱਗ ਜਾਂਦਾ ਹੈ। ਜੋਤਸ਼ੀ ਘੋਖਦੇ ਪਰਖਦੇ ਸਾਡਾ ਚਿਹਰਾ ਅਤੇ ਸਰੀਰ ਹਨ, ਪਰ ਹੱਥ ਵੇਖਣ ਦਾ ਬਹਾਨਾ ਕਰਦੇ ਹਨ। ਹੱਥ ਵਿਖਾਉਣ ਵਾਲਾ ਆਪਣੀ ਸਰੀਰਕ ਭਾਸ਼ਾ ਨਾਲ ਜੋਤਸ਼ੀ ਨੂੰ ਆਪ ਹੀ ਬੜਾ ਕੁਝ ਦੱਸ ਦਿੰਦਾ ਹੈ। ਸੋ ਜੋਤਸ਼ੀ ਹੱਥ ਵਿਖਾਉਣ ਵਾਲੇ ਦੀ ਉਮਰ ਨੂੰ ਧਿਆਨ ਵਿੱਚ ਰੱਖ ਕੇ ਅਤੇ ਪੁੱਛਣ ਵਾਲੇ ਦੇ ਇਸਤਰੀ ਪੁਰਸ਼ ਹੋਣ ਅਨੁਸਾਰ ਨਿਰਾਸ਼ ਜਾਂ ਪਰੇਸ਼ਾਨ ਵਿਅਕਤੀ ਨੂੰ ਹੌਸਲਾ ਦਿੰਦੇ ਹਨ। ਜੋਤਸ਼ੀ ਹੱਥ ਵੇਖਦੇ ਹਨ ਜਦੋਂ ਕਿ ਡਾਕਟਰ ਮਰੀਜ਼ ਦੀ ਜੀਭ, ਨਬਜ਼ ਜਾਂ ਅੱਖ ਵੇਖਦੇ ਹਨ। ਦੁਰਘਟਨਾ ਹੋਣ ਦੀ ਸੂਰਤ ਵਿੱਚ ਡਾਕਟਰ ਮਰੀਜ਼ ਦੀ ਅੱਖ ਖੋਲ੍ਹ ਕੇ ਇਸ ਲਈ ਵੇਖਦੇ ਹਨ ਕਿਧਰੇ ਦਿਮਾਗ ਵਿੱਚ ਸੱਟ ਤਾਂ ਨਹੀਂ ਲੱਗੀ। ਦਿਮਾਗੀ ਸੱਟ ਲੱਗਣ ਦੀ ਸੂਰਤ ਵਿੱਚ 3 ਗੱਲਾਂ ਵਾਪਰਦੀਆਂ ਹਨ। ਅਜਿਹਾ ਵਿਅਕਤੀ ਸਿੱਧਾ ਵੇਖ ਨਹੀਂ ਸਕਦਾ, ਸਿੱਧਾ ਬੋਲ ਨਹੀਂ ਸਕਦਾ ਅਤੇ ਸਿੱਧਾ ਟੁਰ ਨਹੀਂ ਸਕਦਾ। ਕਿਸੇ ਸ਼ਰਾਬੀ ਦੇ ਵਿਹਾਰ ਵਿੱਚ ਵੀ ਇਹ 3 ਗੱਲਾਂ ਹੁੰਦੀਆਂ ਹਨ, ਕਿਉਂਕਿ ਸ਼ਰਾਬੀ ਨੇ ਸ਼ਰਾਬ ਵਿੱਚ ਡੁੱਬਣ ਦਾ ਇੱਕ ਪ੍ਰਕਾਰ ਦਾ ਆਪਣੇ ਨਾਲ ਹਾਦਸਾ ਹੀ ਕੀਤਾ ਹੁੰਦਾ ਹੈ। ਸੋ ਸ਼ਰਾਬੀ ਨਾ ਸਿੱਧਾ ਬੋਲ ਸਕਦਾ ਹੈ, ਨਾ ਸਿੱਧਾ ਵੇਖ ਸਕਦਾ ਹੈ ਅਤੇ ਨਾ ਹੀ ਸਿੱਧਾ ਟੁਰ ਸਕਦਾ ਹੈ। ਹਾਦਸੇ ਜੀਵਨ ਦੀ ਰਫ਼ਤਾਰ ਤੇਜ਼ ਹੋਣ ਕਾਰਨ ਵਾਪਰਦੇ ਹਨ, ਜਦੋਂ ਕਿ ਹਿੰਸਾ ਪਰਿਵਰਤਨ ਦੇ ਵਿਰੋਧ ਵਿੱਚੋਂ ਵਾਪਰਦੀ ਹੈ। ਅੱਧਾ ਸੰਸਾਰ ਪਰਿਵਰਤਨ ਦੇ ਪੱਖ ਵਿੱਚ ਹੈ, ਅੱਧਾ ਬਦਲਣ ਦੇ ਵਿਰੁੱਧ ਹੈ। ਆਤੰਕਵਾਦ ਪੁਰਾਣੇ ਅਤੇ ਨਵੇਂ, ਅਤੀਤ ਅਤੇ ਭਵਿੱਖ, ਧਰਮ ਅਤੇ ਵਿਗਿਆਨ, ਕੱਟੜਤਾ ਅਤੇ ਉਦਾਰਤਾ ਵਿਚਲੇ ਪਾੜੇ ਵਿੱਚੋਂ ਉਪਜਦਾ ਹੈ। ਆਤੰਕਵਾਦੀਆਂ ਕੋਲ ਹਥਿਆਰ ਨਵੇਂ ਹੁੰਦੇ ਹਨ, ਪਰ ਸੋਚ ਪੁਰਾਣੀ ਹੁੰਦੀ ਹੈ। ਪੁਰਾਣੀ ਸੋਚ ਧਰਮ ਨਾਲ ਸੰਬੰਧਿਤ ਹੋਣ ਕਾਰਨ ਆਤੰਕਵਾਦੀ ਅਕਸਰ ਧਾਰਮਿਕ ਕੱਟੜਵਾਦ ਦੇ ਧਾਰਨੀ ਹੁੰਦੇ ਹਨ। ਹਿੰਸਾ ਮਨੁੱਖੀ ਜੀਵਨ ਦਾ ਜ਼ਰੂਰੀ ਅੰਗ ਹੈ। ਕਾਮ ਸੰਭੋਗ ਇਸ ਹਿੰਸਾ ਦਾ ਹੀ ਇੱਕ ਰੂਪ ਹੈ। ਸਹਿਯੋਗੀ ਕਾਮਿਕ ਹਿੰਸਾ ਨੂੰ ਸੰਭੋਗ ਕਹਿੰਦੇ ਹਨ, ਜਦੋਂ ਕਿ ਵਿਰੋਧੀ ਕਾਮਿਕ ਹਿੰਸਾ ਨੂੰ ਬਲਾਤਕਾਰ ਕਿਹਾ ਜਾਂਦਾ ਹੈ। ਚਾਕੂ, ਤਲਵਾਰ, ਡਾਂਗ, ਸੋਟਾ, ਪਿਸਤੌਲ, ਬੰਦੂਕ, ਮਿਜ਼ਾਈਲ ਆਦਿ ਸਾਰੇ ਹਥਿਆਰ ਪੁਰਸ਼ ਲਿੰਗ ਦਾ ਪ੍ਰਤੀਕ ਹਨ। ਸੋ ਇਹ ਸਾਰੇ ਹਥਿਆਰ ਪੁਰਸ਼ ਦੀ ਹਿੰਸਕ ਪ੍ਰਵਿਰਤੀ ਦਾ ਪ੍ਰਗਟਾਵਾ ਹਨ। ਕਾਮ ਦੇ ਪੱਖੋਂ ਅਤ੍ਰਿਪਤ ਵਿਅਕਤੀ ਹਿੰਸਕ ਹੁੰਦਾ ਹੈ। ਇਸੇ ਆਧਾਰ ਉੱਤੇ ਸਾਰੇ ਧਰਮ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਨਿੰਦਾ ਕਰਦੇ ਹਨ। ਪਰ ਜੇ ਜੀਵਨ ਵਿੱਚੋਂ ਇਹ ਪੰਜੇ ਤੱਤ ਕੱਢ ਦਿੱਤੇ ਜਾਣ ਤਾਂ ਮਨੁੱਖ ਬੁੱਢਾ ਬਾਬਾ ਮਹਿਸੂਸ ਕਰਨ ਲੱਗ ਜਾਵੇਗਾ।
ਕਾਮ ਕ੍ਰੋਧ ਵਿੱਚੋਂ ਹੀ ਮੁਕਾਬਲੇ ਦੀ ਬਿਰਤੀ, ਬਹਾਦਰੀ ਅਤੇ ਯੁੱਧ ਬਿਰਤੀ ਉਪਜਦੀ ਹੈ। ਹੁਣ ਵਪਾਰ ਵਿੱਚ ਵੀ ਯੁੱਧ ਵਾਲੇ ਪੈਂਤੜੇ ਵਰਤੇ ਜਾ ਰਹੇ ਹਨ। ਚੰਗੀ ਗੱਲ ਹੈ ਕਿ ਹੁਣ ਖੇਡਾਂ ਦੇ ਮੈਦਾਨ ਅਤੇ ਵਿਧੀਆਂ ਜੰਗ ਦੇ ਮੋਰਚਿਆਂ ਦੀ ਥਾਂ ਲੈਂਦੀਆਂ ਜਾ ਰਹੀਆਂ ਹਨ। ਬੁੱਲੇ ਨਾਲ ਚੌਕਾ ਛੱਕਾ ਮਾਰਨਾ ਜਾਂ ਮੋਰਚੇ ਉੱਤੇ ਤੋਪ ਦਾਗਣੀ ਇੱਕ ਹੀ ਵਰਤਾਰੇ ਦੇ ਦੋ ਰੂਪ ਹਨ। ਹੁਣ ਹਰ ਸਾਲ ਮਗਰੋਂ ਓਲੰਪਿਕਸ ਦੇ ਰੂਪ ਵਿੱਚ ਅਨੇਕਾਂ ਦੇਸ਼ਾਂ ਵਿਚਕਾਰ ਵਿਸ਼ਵ ਯੁੱਧ ਹੁੰਦਾ ਹੈ। ਮਨੁੱਖ ਖੇਡਾਂ ਇਸ ਲਈ ਖੇਡਦਾ ਹੈ ਕਿਉਂਕਿ ਸਮੱਸਿਆਵਾਂ ਨੂੰ ਸੁਲਝਾਉਣਾ, ਆਪ ਜਿੱਤਣਾ ਅਤੇ ਵਿਰੋਧੀਆਂ ਨੂੰ ਹਰਾਉਣਾ ਦਿਮਾਗ ਦਾ ਮਨੋਰੰਜਨ ਹੁੰਦਾ ਹੈ। ਅਸਲੀ ਸਮੱਸਿਆਵਾਂ ਦੀ ਥਾਂ ਅਸੀਂ ਖੇਡਾਂ ਦੇ ਰੂਪ ਵਿੱਚ ਬਨਾਵਟੀ ਸਮੱਸਿਆਵਾਂ ਅਤੇ ਲੜਾਈਆਂ ਉਪਜਾਉਂਦੇ ਹਾਂ ਅਤੇ ਜੱਦੋ-ਜਹਿਦ ਦਾ ਆਨੰਦ ਮਾਣਦੇ ਹਾਂ। ਹਰੇਕ ਮੁਕਾਬਲੇ ਵਿੱਚ ਸਮਾਂ, ਤਾਕਤ ਅਤੇ ਪੈਸਾ ਲੱਗਦਾ ਹੈ। ਸੋ ਅਜੋਕੇ ਯੁੱਗ ਵਿੱਚ ਸਮਾਂ, ਤਾਕਤ ਅਤੇ ਪੈਸਾ ਸਾਡੇ ਹਥਿਆਰ ਹਨ। ਮੁਕਾਬਲੇ ਵਿੱਚ ਇੱਕ ਚੈਂਪੀਅਨ ਬਣਦਾ ਹੈ, ਅਨੇਕਾਂ ਹਾਰਦੇ ਹਨ ਅਤੇ ਲੱਖਾਂ ਵੇਖਦੇ ਅਤੇ ਤਾੜੀਆਂ ਮਾਰ ਕੇ ਜੱਦੋ-ਜਹਿਦ ਵਿੱਚ ਸ਼ਾਮਲ ਹੋਣ ਦਾ ਆਨੰਦ ਲੈਂਦੇ ਹਨ। ਅਜੋਕੇ ਮਨੁੱਖ ਕੋਲ ਖਾਣ ਲਈ ਭੋਜਨ, ਪਹਿਨਣ ਲਈ ਕੱਪੜੇ, ਖਰਚਣ ਲਈ ਪੈਸੇ ਆਦਿ ਪਹਿਲੇ ਕਿਸੇ ਵੀ ਸਮੇਂ ਨਾਲੋਂ ਵਧੇਰੇ ਹਨ, ਪਰ ਅਜੋਕੇ ਮਨੁੱਖ ਅਜਿਹੇ ਕਿਸੇ ਵੀ ਸਮੇਂ ਦੇ ਮੁਕਾਬਲੇ ਵਧੇਰੇ ਅਸੰਤੁਸ਼ਟ ਇਸ ਲਈ ਹੈ ਕਿਉਂਕਿ ਉਸ ਦੀਆਂ ਇੱਛਾਵਾਂ ਅਤੇ ਪ੍ਰਾਪਤੀਆਂ ਵਿਚਕਾਰ ਪਾੜਾ ਵੱਧ ਗਿਆ ਹੈ। ਆਪਣੀਆਂ ਵਧੀਆਂ ਹੋਈਆਂ ਇੱਛਾਵਾਂ ਅਤੇ ਆਸ ਨਾਲੋਂ ਨੀਵੀਆਂ ਪ੍ਰਾਪਤੀਆਂ ਕਾਰਨ ਮਨੁੱਖ ਪਰੇਸ਼ਾਨ ਹੈ। ਸੋ ਇਹਨਾਂ ਕਾਰਨਾਂ ਕਰਕੇ ਤਲਾਕ ਵਧਣਗੇ, ਰਿਸ਼ਤੇ ਟੁੱਟਣਗੇ, ਮੁਕੱਦਮੇਬਾਜ਼ੀ ਵਧੇਗੀ, ਹਸਪਤਾਲ, ਪਾਗਲਖਾਨੇ ਆਦਿ ਵਧੇਰੇ ਖੁੱਲ੍ਹਣਗੇ, ਜੁਰਮ ਵਧਣਗੇ, ਪੁਲਿਸ ਵਧੇਗੀ ਅਤੇ ਪੁਲਿਸ ਦੇ ਵਧਣ ਨਾਲ ਜੁਰਮ ਹੋਰ ਵਧਣਗੇ ਕਿਉਂਕਿ ਮੁਜਰਿਮਾਂ ਅਤੇ ਪੁਲਿਸ ਵਿਚਕਾਰ ਵੀ ਮੁਕਾਬਲਾ ਚੱਲਦਾ ਹੈ। ਡਰਿਆ, ਘਬਰਾਇਆ ਅਤੇ ਪਰੇਸ਼ਾਨ ਮਨੁੱਖ ਅਸ਼ਾਂਤ ਕਰਨ ਵਾਲੇ ਸਾਰੇ ਸਾਧਨ ਪੈਦਾ ਕਰਕੇ ਹੁਣ ਸ਼ਾਂਤੀ ਲਈ ਤਾਂਘ ਰਿਹਾ ਹੈ। ਸੋ ਉਹ ਕਦੀ ਧਰਮ ਵੱਲ ਉਲਰੇਗਾ, ਕਦੇ ਮਨੋਰੰਜਨ ਜਾਂ ਕਾਮ ਵੱਲ ਅਤੇ ਕਦੀ ਯੋਗ ਅਭਿਆਸ ਵੱਲ। ਪਰ ਉਹ ਸੰਤੁਸ਼ਟ ਅਤੇ ਸ਼ਾਂਤ ਤਾਂ ਹੀ ਹੋਵੇਗਾ ਜੇ ਉਹ ਆਪਣੇ ਜੀਵਨ ਨੂੰ ਸਾਦਾ ਬਣਾਏਗਾ ਅਤੇ ਆਪਣੇ ਕਾਰ ਵਿਹਾਰ ਨੂੰ ਨੇਮਬੱਧ ਕਰੇਗਾ। ਧੰਨਵਾਦ।